ਪੰਜਾਬ ਨਗਾਰਾ ਦੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਮੁਖ ਸਿੰਘ ਬਾਰੀਆ ਸਰਬੱਤ ਦੇ ਭਲੇ ਦੀ ਉਮੀਦ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਵਿਰਾਸਤੀ ਮਹੀਨਾ ਕੈਨੇਡਾ ਦੇ ਵਿੱਚ ਜੋ ਮਨਾਇਆ ਜਾ ਰਿਹਾ, ਉਸ ਦੇ ਤਹਿਤ ਹੀ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ ਟੋਰਾਂਟੋ ਦੇ ਵਿੱਚ। ਇਸ ਨੂੰ ਸਮਰਪਿਤ ਅਸੀਂ ਅੱਜ ਪੰਜਾਬ ਨਗਾਰਾ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਉੱਥੇ ਈਵੈਂਟ ਸੀਗੇ ਅਲੱਗ-ਅਲੱਗ, ਅਸੀਂ ਕਵਰ ਕੀਤੇ ਪੰਜਾਬ ਨਗਾਰਾ ਵੱਲੋਂ। ਉਸ ਮੌਕੇ ਜਿਹੜਾ ਮੇਨ ਤੌਰ ਤੇ ਈਵੈਂਟ ਸੀਗਾ, ਬੜਾ ਅਲੌਕਿਕ ਨਜ਼ਾਰਾ ਸੀਗਾ ਉਸ ਈਵੈਂਟ ਦੇ ਵਿੱਚ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਦਸਤਾਰ ਸਜਾਉਣ ਦਾ ਜਿਹੜਾ ਅਵੇਅਰਨੈਸ ਕੈਂਪ ਉੱਥੇ ਲਗਾਇਆ ਗਿਆ ਸੀਗਾ। ਇੱਥੇ ਇੰਟਰਸਟਿੰਗ ਗੱਲ ਇਹ ਸੀਗੀ ਕਿ ਛੋਟੇ ਛੋਟੇ ਬੱਚੇ, ਹਰ ਵਰਗ ਦੇ ਬੰਦੇ ਨੂੰ ਉੱਥੇ ਦਸਤਾਰ ਸਜਾਈ ਜਾ ਰਹੀ ਸੀ। ਪੰਜਾਬ ਨਗਾਰਾ ਵੱਲੋਂ ਇਸ ਮੌਕੇ ਇੱਥੋਂ ਦੇ ਆਰਗੇਨਾਈਜ਼ਰ ਜਿਹੜੇ ਹੈਗੇ ਆ ਸਿੱਖ ਮੋਟਰਸਾਈਕਲ ਕਲੱਬ ਦੇ ਨਾਜ਼ਰ ਸਿੰਘ, ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ। ਸੋ ਗੱਲਬਾਤ ਦੌਰਾਨ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। ਸਿੱਖ ਮੋਟਰਸਾਈਕਲ ਕਲੱਬ ਤੋਂ ਜਿਹੜੇ ਮੀਤ ਪ੍ਰਧਾਨ ਹੈਗੇ ਆ ਨਾਜ਼ਰ ਸਿੰਘ, ਸਰਦਾਰ ਨਾਜ਼ਰ ਸਿੰਘ, ਉਹਨਾਂ ਦੇ ਨਾਲ ਅਸੀਂ 2 ਮਿੰਟ ਗੱਲਬਾਤ ਕਰਾਂਗੇ ਕਿ ਇਹਨਾਂ ਵੱਲੋਂ ਇੱਕ ਬੜਾ ਖਾਸ ਤੇ ਮੈਂ ਕਹਾਂਗਾ ਨਿਆਰਾ ਜਿਹੜਾ ਈਵੈਂਟ ਆਰਗੇਨਾਈਜ਼ ਕੀਤਾ ਗਿਆ ਆ। ਦਸਤਾਰ ਸਜਾਉਣ ਦਾ ਜਿਹੜਾ ਇੱਕ ਬਕਾਇਦਾ ਮੈਂ ਕਹਾਂਗਾ ਕਿ ਬੂਥ ਇੱਥੇ ਲੱਗਾ ਹੋਇਆ ਆ। ਜਿੰਨੇ ਵੀ ਨੌਜਵਾਨ ਹੈਗੇ ਆ ਜਾਂ ਕਿਸੇ ਵੀ ਕੋਈ ਵੀ ਹੈਗਾ ਜਿਹਦਾ ਦਿਲ ਕਰਦਾ ਦਸਤਾਰ ਸਜਾਉਣ ਨੂੰ, ਇੱਥੇ ਆ ਕੇ ਦਸਤਾਰ ਸਜਾ ਸਕਦਾ। ਸੋ ਮੈਂ ਜ਼ਿਆਦਾ ਇਹਨਾਂ ਕੋਲੋਂ ਪੁੱਛਾਂਗਾ ਕਿ ਇਹ ਕੀ ਮਕਸਦ ਹੈਗਾ ਆ, ਕਦੋਂ ਤੋਂ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਹੈਗਾ ਇੱਦਾਂ ਦੇ ਈਵੈਂਟ ਜਿਹੜਾ ਆਰਗੇਨਾਈਜ਼ ਕਰ ਰਿਹਾ। ਸੋ ਨਾਜ਼ਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬ ਨਗਾਰਾ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਸਿੱਖ ਮੋਟਰਸਾਈਕਲ ਕਲੱਬ ਨੇ 10 ਸਾਲ ਸੰਘਰਸ਼ ਕੀਤਾ, ਕਿਉਂਕਿ ਪਹਿਲਾਂ ਤੁਸੀਂ ਪੱਗ ਬੰਨ੍ਹ ਕੇ ਇੱਥੇ ਟੋਰਾਂਟੋ ਵਿੱਚ ਜਾਂ ontario ਵਿੱਚ ਵੀ ਮੋਟਰਸਾਈਕਲ ਨਹੀਂ ਚਲਾ ਸਕਦੇ ਸੀ। ਸੋ ਉਹਨਾਂ ਨੇ 10 ਸਾਲ ਸੰਘਰਸ਼ ਕੀਤਾ। ਉਸ ਤੋਂ ਬਾਅਦ ਡਗ ਫੋਰਡ ਦੀ ਗੌਰਮੈਂਟ ਨੇ ਸਾਨੂੰ ਅਲਾਓ ਕੀਤਾ ਵੀ ਤੁਸੀਂ ਪੱਗ ਬੰਨ੍ਹ ਕੇ, ਦਸਤਾਰ ਬੰਨ੍ਹ ਕੇ ਮਾਣ ਨਾਲ ਤੁਸੀਂ ਸਿੱਖ ਜਿਹੜਾ ਸਿੱਖ ਆ ਉਹ ਰਾਈਡਰ ਉਹ ਮੋਟਰਸਾਈਕਲ ਚਲਾ ਸਕਦਾ ਜੀ ontario ਵਿੱਚ। ਸੋ ਇਹਨਾਂ ਨੇ ਬੜੀ ਇੱਕ ਅਹਿਮ ਜਿਹੜੀ ਗੱਲ ਦੱਸੀ ਹੈਗੀ ਆ ਇਹ ਕਿ ਜਿਹੜਾ ਇੱਕ ਬੜਾ ਵੱਡਾ ਇਹਨਾਂ ਨੇ ਸੇਵਾ ਕੀਤੀ ਆ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਕਿ ਇਸ ਕੈਨੇਡਾ ਦੇ ਵਿੱਚ ਵੀ, ਕਿਉਂਕਿ ਰੂਲ ਬਹੁਤ ਸਖਤ ਹੈਗੇ ਆ, ਜਿਹੜੇ ਟ੍ਰੈਫਿਕ ਰੂਲ ਹੈਗੇ ਆ, ਇਹ ਸੀਗਾ ਕਿ ਕੋਈ ਵੀ ਬੰਦਾ ਜਿਹੜਾ ਹੈਗਾ ਆ ਟਰੈਵਲਰ ਆ ਉਹ ਮੋਟਰਸਾਈਕਲ ਹੈਲਮਟ ਤੋਂ ਬਗੈਰ ਨਹੀਂ ਸੀ ਚਲਾ ਸਕਦਾ। ਸਿਰਫ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਕੇ ਜਾਂ ਕੋਈ ਵੀ ਦਸਤਾਰ ਸਜਾਏ, ਜਿਹੜਾ ਦਸਤਾਰ ਸਜਾਉਂਦਾ ਬੰਦਾ, ਉਹਦੇ ਵਾਸਤੇ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਇਹਨਾਂ ਨੇ ਲੰਬਾ ਸਮਾਂ ਸੰਘਰਸ਼ ਕੀਤਾ ਕਿ ਜਿਹੜਾ ਹੈਗਾ ਸੀਗਾ ਜਿਹੜਾ ਮੋਟਰਸਾਈਕਲ ਰਾਈਡਰ ਹੈਗਾ ਉਹਨੂੰ ਬਕਾਇਦਾ ਹੁਣ ਜਿਹੜਾ ਪੱਗ ਸਜਾਉਂਦਾ ਹੈਗਾ ਉਹਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੈਗੀ। ਕੋਈ ਸਟੇਟ ਹੈਗੇ ਆ ontario ਦੇ, ਬਹੁਤੇ ਸਟੇਟ ਵਿੱਚ ontario ਵਿੱਚ ਇਹਨਾਂ ਨੇ ਅਲਾਓ ਜਿਹੜਾ ਕਰਵਾ ਲਿਆ ਹੈਗਾ, ਬਾਕੀਆਂ ਲਈ ਵੀ ਇਹ ਕਰ ਰਹੇ ਹੈਗੇ ਆ। ਸੋ ਤੁਸੀਂ ਇਹਦੇ ਬਾਰੇ ਦੱਸਣਾ ਚਾਹੋਗੇ ਕਿ ਕਦੋਂ ਤੋਂ ਤੁਸੀਂ ਲੱਗੇ ਹੋਏ ਇਸ ਗੱਲ? ਇਹ ਆਲਮੋਸਟ 2018 ਦੇ ਵਿੱਚ ਜਿਹੜਾ ਇਹ ਲਾ ਸਾਨੂੰ ਬਣਿਆ ਵੀ ਤੁਸੀਂ ਐਕਚੁਅਲੀ ਲਾ ਇਹ ਪੱਗ ਨੂੰ ਨਹੀਂ ਬਣਿਆ, ਇਹ ਲਾ ਸਿੱਖ ਨੂੰ ਬਣਿਆ ਜੀ, ਕਿਉਂਕਿ ਉਹ ਲਾ ਦੇ ਵਿੱਚ ਲਿਖਿਆ ਹੋਇਆ ਵੀ ਜਿਹੜਾ ਵੀ ਸਿੱਖ ਆ, ਸਿੱਖ ਅਨਸਵਰਨ ਹੇਅਰ ਆ, ਉਹ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾ ਸਕਦਾ। ਉਹ ਸਿੱਖ ਨੂੰ ਹੋਇਆ, ਨਾ ਕਿ ਪੱਗ ਟਰਬਨ ਨੂੰ ਹੋਇਆ ਨਾ। ਸੋ ਕਈ ਵਾਰੀ ਇੱਦਾਂ ਨਹੀਂ ਤੁਹਾਡੇ ਮਤਲਬ ਵਾਲ ਕੱਟੇ ਆ ਜਾਂ ਤੁਸੀਂ ਅਨਸਵਰਨ ਹੇਅਰ ਆ, ਤੁਹਾਨੂੰ ਟਿਕਟ ਦੇ ਸਕਦੇ। ਸੋ ਇਹਦੇ ਵਿੱਚ ਮੇਨ ਕਰੈਕਸ਼ਨ ਕਰਨ ਵਾਲੀ ਗੱਲ ਇਹ ਹੈਗੀ, ਮੈਂ ਜਿਹੜੀ ਪਹਿਲਾਂ ਦੱਸਿਆ ਦੋ ਜੇ ਕਰੈਕਸ਼ਨ ਮੈਂ ਕਰਨੀ ਚਾਹੂੰਗਾ ਕਿ ਜਿਹੜੀ ਇਹ ਸਹੂਲਤ ਜਾਂ ਜਿਹੜਾ ਇਹ ਕੰਸੈਸ਼ਨ ਮਿਲੀ ਹੈਗੀ ਆ, ਸਿਰਫ ਜਿਹੜਾ ਸਿੱਖ ਵਿਸ਼ਵਾਸ ਆ, ਜਿਹੜਾ ਸਿੱਖ ਹੈਗਾ ਬਾਏ ਉਹਨੂੰ ਹੈਗੀ ਆ, ਜਿਹੜਾ ਸਿੱਖ ਦਸਤਾਰ ਸਜਾਉਂਦਾ ਹੈਗਾ ਆ, ਜੋ ਮੋਟਰਸਾਈਕਲ ਚਲਾਉਂਦਾ, ਉਹਨੂੰ ਹੈਲਮਟ ਪਾਉਣ ਦੀ ਲੋੜ ਨਹੀਂ ਹੈਗੀ। ਭਾਵ ਜਿਹਨੇ ਵੀ ਇਹ ਕੰਸੈਸ਼ਨ ਲੈਣਾ ਉਹਦਾ ਸਿੱਖ ਧਰਮ 'ਚ ਵਿਸ਼ਵਾਸ ਹੋਣਾ ਚਾਹੀਦਾ, ਉਹ ਸਿੱਖ ਧਰਮ ਨੂੰ ਮੰਨਦਾ ਹੋਣਾ ਚਾਹੀਦਾ ਹੈਗਾ ਆ, ਉਹਨੂੰ ਇਹ ਬਕਾਇਦਾ ਮਾਨਤਾ ਹੈਗੀ ਆ। ਹੁਣ ਅਸੀਂ ਗੱਲ ਕਰਾਂਗੇ ਜਿਹੜਾ ਇੱਥੇ ਤੁਸੀਂ ਕੈਂਪ ਲਗਾਇਆ ਹੋਇਆ ਬਕਾਇਦਾ ਦਸਤਾਰ ਸਜਾਉਣ ਦਾ। ਸੋ ਬੱਚਿਆਂ ਦੀਆਂ ਵੀ ਦਸਤਾਰਾਂ ਸਜਾਈਆਂ ਜਾ ਰਹੀਆਂ, ਮੈਂ ਸੋਚਿਆ ਸਾਰੇ ਵਰਗਾਂ ਦੇ ਹੈਗੇ ਆ। ਸੋ ਇਹਦਾ ਮਕਸਦ ਕੀ ਆ? ਹਾਂਜੀ, ਮੈਂ ਐਕਚੁਅਲੀ ਸਿੱਖ ਮੋਟਰਸਾਈਕਲ ਕਲੱਬ ਨਾਲ ਜਦੋਂ ਦਾ ਜੁੜਿਆ ਹੋਇਆ ਉਹ ਤਾਂ ਮੈਂ ਦਸਤਾਰਾਂ ਦੀ ਸੇਵਾ ਕਰਦਾ। ਆਲਮੋਸਟ 5 ਸਾਲ ਤੋਂ ਮੈਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਰਿਹਾ। ਸੋ ਵੱਖ-ਵੱਖ ਗੁਰਦੁਆਰਾ ਵਿੱਚ ਜਾ ਕੇ ਦਸਤਾਰ, ਦਮਾਲਾ, ਪਟਿਆਲਾ ਸਾਹਿਬ, ਮੋਰਨੀ, ਬਟਿਆਂ ਵਾਲੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਦਸਤਾਰ ਬੰਨ੍ਹਣੀ ਸਿੱਖਣੀ ਆ, ਉਹ ਤੁਸੀਂ ਮੇਥੋਂ ਸਿੱਖ ਸਕਦੇ ਹੋ। ਸੋ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਉਹਨਾਂ ਅਸੀਂ ਦਸਤਾਰਾਂ ਵੀ ਫ੍ਰੀ ਦਿੰਦੇ ਹਾਂ। ਸੋ ਵੱਖ-ਵੱਖ ਗੁਰਦੁਆਰਿਆਂ ਵਿੱਚ ਜਾ ਕੇ ਸਿੱਖੀ ਨਾਲ ਜੋੜਨ ਵਾ, ਕਿਉਂਕਿ ਇੱਥੇ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਆ, ਬੱਚੇ ਜਦੋਂ ਦਸਤਾਰ ਸੋਹਣੀ ਨਹੀਂ ਬੰਨ੍ਹਦੇ ਜਾਂ ਦੂਜੇ ਬੱਚੇ ਨੂੰ ਟੀਜ਼ ਕਰਨ ਲੱਗ ਜਾਂਦਾ, ਉਹ ਵਾਲ ਕਟਾ ਲੈਂਦੇ ਆ। ਕਈ ਵਾਰੀ ਪੇਰੈਂਟਸ ਆਪ ਦਸਤਾਰ ਸੋਹਣੀ ਬੰਨ੍ਹ ਲੈਂਦੇ ਆ, ਪਰ ਕਿਹੜਾ ਸਿਖਾਉਣ ਦਾ ਉਹਨਾਂ ਤੋਂ ਕੋਲ ਪੇਸ਼ੈਂਸ ਨਹੀਂ ਹੁੰਦਾ, ਜਾਂ ਕਈ ਵਾਰੀ ਸਿਖਾਉਣ ਦਾ ਢੰਗ ਨਹੀਂ ਹੁੰਦਾ। ਕਈ ਬੰਦੇ ਆਪ ਸੋਹਣੀ ਬੰਨ੍ਹ ਲੈਂਦੇ, ਪਰ ਕੋਈ ਦੂਸਰੇ ਨੂੰ ਸਿਖਾਉਣਾ ਡਿਫਰੈਂਟ ਹੁੰਦਾ। ਸੋ ਇਸ ਕਰਕੇ ਮੈਂ ਉਹ ਤੋਂ ਉਪਰਾਲਾ ਕੀਤਾ, ਕਲੱਬ ਨਾਲ ਜੁੜਿਆ। ਸੋ ਕਲੱਬ ਦੇ ਪਲੇਟਫਾਰਮ ਤੋਂ ਮੈਂ ਆਲਮੋਸਟ 6 ਈਅਰ ਤੋਂ ਫ੍ਰੀ ਸੇਵਾ ਕਰ ਰਿਹਾ। 6 ਸਾਲਾਂ ਤੋਂ ਨਿਸ਼ਕਾਮ ਸੇਵਾ ਕਰ ਰਿਹਾ ਸਰਦਾਰ ਨਾਜ਼ਰ ਸਿੰਘ ਜੀ। ਤੇ ਉਹਨਾਂ ਨੂੰ ਮੈਂ ਇੱਕ ਗੱਲ, ਉਹਨਾਂ ਨੇ ਬੜੀ ਵੱਡੀ ਗੱਲ ਕਹੀ ਹੈਗੀ ਆ ਕਿ ਜਿਹੜੇ ਬੱਚੇ ਹੈਗੇ ਆ, ਜਿਹੜੇ ਪਹਿਲਾਂ ਅਸੀਂ ਹੈਗੇ ਸੀ ਜਾਂ ਸਾਡੀ ਏਜ ਦੇ ਬੰਦੇ ਹੈਗੇ ਆ, ਅਸੀਂ ਪੰਜਾਬ ਤੋਂ ਆਏ ਆ,
ਅਸੀਂ ਦਮਾਲੇ ਵੀ ਸਜਾਉਂਦੇ ਹੈਗੇ ਜਿਨ੍ਹਾਂ ਨੂੰ ਪ੍ਰੇਮ ਹੈਗਾ ਗੁਰੂ ਘਰ ਨਾਲ, ਤੇ ਦਸਤਾਰਾਂ ਵੀ ਸਜਾ ਲੈਂਦੇ ਹੈਗੇ ਆ। ਲੇਕਿਨ ਜਿਹੜੀ ਇੱਥੋਂ ਦਾ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਨੂੰ ਇਨਵੋਲਵ ਕਰਨਾ ਪੈਂਦਾ ਇਸ ਗੱਲ ਲਈ ਮਾਪਿਆਂ ਕੋਲ ਇੰਨਾ ਟਾਈਮ ਕਈ ਵਾਰੀ ਨਹੀਂ ਹੁੰਦਾ ਜਾਂ ਟੈਲੈਂਟ ਵੀ ਨਹੀਂ ਹੁੰਦਾ ਦੂਜੇ ਦੇ ਸਿਰ ਦੇ ਉੱਪਰ ਇੱਦਾਂ ਪੱਗ ਬੰਨ੍ਹਣਾ। ਸੋ ਇਹ ਕੈਂਪ ਲਗਾਉਣ ਦਾ ਮਕਸਦ ਇਹ ਹੈਗਾ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਉਤਸ਼ਾਹਤ ਕਰਨਾ, ਪਲੱਸ ਟੈਕਟ ਦੱਸਣਾ ਦਸਤਾਰ ਸਜਾਉਣ ਦਾ, ਤੁਸੀਂ ਇੱਦਾਂ ਦਸਤਾਰ ਸਜਾ ਸਕਦੇ ਹੈਗੇ ਹੋ। ਸੋ ਜਿਹੜੇ ਸਾਡੇ ਬੱਚੇ ਅਜੇ ਜਿਨ੍ਹਾਂ ਦੇ ਕੇਸ ਕਟਵਾਏ ਹੋਏ ਆ ਜਾਂ ਕਿੱਦਾਂ ਵੀ ਆ, ਉਹ ਵੀ ਇੱਥੇ ਆ ਕੇ ਦਸਤਾਰਾਂ ਸਜਾ ਰਿਹਾ। ਇੱਕ ਬੜੀ ਵੱਡੀ ਸੇਵਾ ਮੈਂ ਕਹੂੰਗਾ ਕਿ ਇਹ ਕਰ ਰਹੇ ਹੈਗੇ ਆ ਕਮਿਊਨਿਟੀ ਨੂੰ ਅਵੇਅਰ ਕਰਨ ਵਾਸਤੇ। ਸੋ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਵੀ ਅਵੇਅਰ ਕਰਨ ਵਾਸਤੇ ਕਿ ਆਪਣੇ ਬੱਚਿਆਂ ਨੂੰ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹੈਗੀਆਂ ਨੇ। ਸੋ ਮੈਂ ਇਹਨਾਂ ਨੂੰ ਇੱਕ ਦੋ ਕੁਐਸਚਨ ਹੋਰ ਪੁੱਛਣੇ ਚਾਹੂੰਗਾ ਕਿ ਇਹਦੇ ਤੋਂ ਇਲਾਵਾ ਅੱਜ ਖਾਲਸਾ ਸਾਜਨਾ ਦਿਵਸ ਹੈਗਾ, ਇਹਦੇ ਤੋਂ ਇਲਾਵਾ ਹੋਰ ਕਿਹੜੇ ਈਵੈਂਟ ਜਾਂ ਤੁਸੀਂ ਕੋਈ ਵਿਸ਼ੇਸ਼ ਤੌਰ ਤੇ ਵੀ ਕਰਦੇ ਜਾਂ? ਐਕਚੁਅਲੀ ਜਿਹੜੀ ਸਿੱਖ ਮੋਟਰਸਾਈਕਲ ਕਲੱਬ ਆ ਇਹ ਇੱਕ ਤਰ੍ਹਾਂ ਦੀ ਵਲੰਟੀਅਰ ਕਲੱਬ ਆ, ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਆ। ਅਸੀਂ ਮੋਸਟਲੀ ਜਿਹੜੇ ਸਾਡੀਆਂ ਰਾਈਡਾਂ ਹੁੰਦੀਆਂ, ਜਿਵੇਂ ਅਸੀਂ ਡਾਇਬਟੀ ਕੈਨੇਡਾ ਵਾਸਤੇ ਰਾਈਡ ਕਰਦੇ ਆ, ਉਹਨਾਂ ਵਾਸਤੇ ਪਿਛਲੇ ਸਾਲ ਅਸੀਂ $1,13,000 ਇਕੱਠਾ ਕੀਤਾ। ਸੋ ਉਹਨਾਂ ਨੇ ਸਿੱਖ ਮੋਟਰਸਾਈਕਲ ਕਲੱਬ ਦਾ, ਸਿੱਖ ਨੇਸ਼ਨ ਦਾ ਲੰਡਨ ਦੇ ਵਿੱਚ ਬੈਂਟਿੰਗ ਹਾਊਸ ਦੇ ਵਿੱਚ ਉੱਥੇ ਸਾਡਾ ਪਲੇਟਫਾਰਮ ਸਾਈਨ ਪੱਥਰ ਲਾਇਆ, ਨਹੀਂ ਪੱਥਰ ਲਾਇਆ, ਤੇ ਲੋਕੀ ਉੱਥੇ ਕਹਿੰਦੇ ਸੀ ਵੀ ਸਾਨੂੰ $1 ਮਿਲੀਅਨ ਵੀ ਸਾਡਾ ਪੱਥਰ ਲਾ ਦਿਓ। ਪਰ ਉਹਨਾਂ ਨੇ ਸਿੱਖ ਮੋਟਰਸਾਈਕਲ ਕਲੱਬ ਦਾ ਸਪੈਸ਼ਲ ਪਾਇਆ ਵੀ ਸਿੱਖ ਕਮਿਊਨਿਟੀ ਵਾ ਇਹਨਾਂ ਨੇ ਸਾਡੇ ਵਾਸਤੇ। ਇਸ ਤੋਂ ਇਲਾਵਾ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ ਅਸੀਂ, ਤੇ ਜਿਹੜੀ ਸਾਡੀ ਦੂਸਰੀ ਹੈਗੀ ਪ੍ਰਾਇਮਰੀ ਵੈਨਕੂਵਰ ਮੋਟਰਸਾਈਕਲ ਕਲੱਬ, ਉਹਨਾਂ ਨਾਲ ਅਸੀਂ $1,00,000 ਚੈਰਿਟੀ ਦਾ ਉਹਨਾਂ ਵਾਸਤੇ ਇਕੱਠਾ ਕੀਤਾ। ਇਸ ਤੋਂ ਇਲਾਵਾ ਕਿਸਾਨਾਂ ਦਾ ਸੰਘਰਸ਼ ਹੋਇਆ, ਉਹਨਾਂ ਵਾਸਤੇ ਅਸੀਂ ਫੰਡ ਰੇਜ਼ਿੰਗ। ਸਾਡੇ ਮੋਸਟਲੀ ਰਾਈਡਾਂ ਇਹੀ ਹੁੰਦੀਆਂ ਗਈਆਂ। ਹੁਣ ਅਸੀਂ ਰਾਈਡ ਫॉर ਹੀਰੋਜ਼ ਕਰ ਰਹੇ ਹਾਂ ਜੂਨ ਦੇ ਵਿੱਚ। ਉਹ ਕੀ ਹੈ ਵੀ ਜਿਹੜੇ ਜਿਵੇਂ ਆਪਣੇ ਇੰਡੀਆ ਵਿੱਚ ਸਿੰਘ ਸ਼ਹੀਦ ਹੋ ਗਏ, ਜਾਂ ਇੱਥੇ ਜਿਹੜੇ ਫੌਜ ਦੇ ਵਿੱਚ ਸਿੰਘ ਸ਼ਹੀਦ ਹੋ ਗਏ, ਜਾਂ ਜਿਹੜੇ ਹੋਰ ਮਤਲਬ ਹੋਰ ਕਿਸੇ ਕਮਿਊਨਿਟੀ ਸ਼ਹੀਦ ਹੋ ਜਾਂਦੇ ਆ, ਉਹਨਾਂ ਦੀ ਸਹੂਲਤ ਦੇ ਵਾਸਤੇ ਘਰ ਬਣਾਉਣਾ ਜਾਂ ਉਹਨਾਂ ਦੀ ਜੋ ਵੀ ਨੀਡ ਹੈਗੀ ਉਹਦੇ ਵਾਸਤੇ ਫੰਡ ਰੇਜ਼ਿੰਗ ਕਰਨਾ, ਇਹੀ ਸਾਡਾ ਮਕਸਦ ਆ। ਹੋਰ ਕੋਈ ਇੱਦਾਂ ਦਾ ਆਰਗੇਨਾਈਜੇਸ਼ਨ ਨਹੀਂ ਵੀ ਫ੍ਰੀ ਆਫ ਕਾਸਟ ਹੀ ਕੰਮ ਕਰਦੇ, ਸਾਰੇ ਵਲੰਟਰੀ ਕੰਮ ਕਰਦੇ। ਬੜੀ ਵੱਡੀ ਅਮਾਊਂਟ ਜਿਹੜੀ ਆ ਉਹ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਆਰਗੇਨਾਈਜ਼ ਕਰਕੇ ਕੈਨੇਡਾ ਦੇ ਜਿਹੜਾ ਹੈਗਾ ਵੱਖ-ਵੱਖ ਸੰਸਥਾਵਾਂ ਉਹਨਾਂ ਨੂੰ ਦਿੱਤੀ ਗਈ ਹੈਗੀ ਆ। ਜੇ ਤਾਜ਼ੀ ਆਪਾਂ ਗੱਲ ਕਰੀਏ ਜਦੋਂ ਕਿਸਾਨੀ ਸੰਘਰਸ਼ ਚੱਲਿਆ ਉਹਦੇ ਵਾਸਤੇ ਵੀ ਇਹਨਾਂ ਨੇ ਬਕਾਇਦਾ, ਉਹਦੇ ਵਾਸਤੇ ਕਿਸਾਨੀ ਸੰਘਰਸ਼ ਦੇ ਵਿੱਚ ਅਸੀਂ 4 ਮਹੀਨੇ ਇੰਡੀਅਨ ਪਾਰਲੀਮੈਂਟ ਦਫ਼ਤਰ ਦੇ ਸਾਹਮਣੇ, ਇੰਡੀਅਨ ਪਾਰਲੀਮੈਂਟ ਦੇ ਸਾਹਮਣੇ 4 ਮਹੀਨੇ ਅਸੀਂ ਪ੍ਰੋਟੈਸਟ ਕੀਤਾ। ਸਾਡੇ 2-2 ਜਾਣੇ ਜਾ ਕੇ ਉੱਥੇ 4-4 5-5 ਘੰਟੇ ਠੰਡ ਦੇ ਵਿੱਚ ਵੀ ਖੜ੍ਹਦੇ ਰਹੇ ਸੀ, ਕਿਉਂਕਿ ਜਿਹੜੇ ਅਸੀਂ ਸਿੱਖਾਂ ਦੇ ਮੁੰਡੇ ਆ, ਸਾਡੇ ਕਿਸਾਨ ਵੀਰ ਸਾਡੇ ਉੱਥੇ ਠੰਡ ਦੇ ਵਿੱਚ ਖੜ੍ਹਦੇ ਸੀ। ਸਾਨੂੰ ਠੰਡ ਕਿੱਦਾਂ ਲੱਗਦੀ ਆ ਨਾ, ਜਦੋਂ ਉਹ ਤਕਲੀਫ ਦੇ ਵਿੱਚ, ਅਸੀਂ ਵੀ ਤਕਲੀਫ ਦੇ ਵਿੱਚ ਆ। ਸੋ ਸੰਘਰਸ਼ ਜਿੱਤਿਆ, ਸਾਨੂੰ ਵੀ ਖੁਸ਼ੀ ਹੋਈ। ਉਹਨਾਂ ਨਾਲ ਮੋਢਾ ਲਾ ਖੜੇ ਉੱਥੇ ਵੀ ਸਿੱਖ ਮੋਟਰਸਾਈਕਲ ਕਲੱਬ ਨੇ ਆਪਦਾ ਬੂਥ ਵੀ ਲਾਇਆ ਸੀਗਾ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚ। ਹਾਂਜੀ। ਸੋ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜਦੋਂ ਵੀ ਕਿਤੇ ਈਵੈਂਟ ਆਇਆ ਹੈਗਾ, ਚਾਹੇ ਪੰਜਾਬ ਦਾ ਸੀਗਾ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਹੋਰ ਵੀ ਇੱਥੇ ਵੀ ਈਵੈਂਟ ਆਉਂਦੇ ਹੈਗੇ ਆ। ਇਕੱਲਾ ਉਹਨਾਂ ਨੇ ਸਿਰਫ ਇਹਦੇ ਆਪਾਂ ਧਰਮ ਤੇ ਹੈ ਹੀ ਆ, ਦਸਤਾਰ ਸਜਾ ਕੇ ਉਹਨੂੰ ਐਕਸਪਲੋਰ ਤਾਂ ਕਰ ਹੀ ਰਹੇ ਆ। ਲੇਕਿਨ ਜਿਹੜੇ ਇੱਥੇ ਇਨੀਸ਼ੀਏਟਿਵ ਹੈਗੇ ਆ ਅਲੱਗ-ਅਲੱਗ, ਉਹ ਜਿਹੜੇ ਉਹਨਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਕੈਂਸਰ ਦੇ ਵਾਸਤੇ। ਜਿਹੜਾ ਇਹਨਾਂ ਨੇ ਕੈਂਸਰ ਦੇ ਜਿਹੜੇ ਜਾਂ ਹੋਰ ਕਿਹੜੀਆਂ ਤੁਸੀਂ ਦੱਸੀਆਂ? ਡਾਇਬਟੀ ਕੈਨੇਡਾ ਇਹਨਾਂ ਨੇ 22 ਬਾਰਥੀ ਜਿਹਨਾਂ ਨੂੰ ਡਾਇਬਟੀ ਹੁੰਦੀ ਹੈ ਨਾ, ਉਹਨਾਂ ਬੱਚਿਆਂ ਵਾਸਤੇ ਜਦੋਂ ਅਸੀਂ ਉੱਥੇ ਗਏ ਨਾ, ਨਿੱਕੇ ਬੱਚੇ ਦੇਖੇ, ਉਹਨਾਂ ਨੂੰ ਅਸੀਂ ਮਨੀ ਦੀ ਡੋਨੇਟ ਕੀਤੀ। ਤੇ ਲਾਈਕ ਤੁਸੀਂ ਜਦੋਂ ਨਿੱਕੇ ਜਿਹੇ ਬੱਚੇ ਨੂੰ 22 ਬਾਰਥੀ ਹੁੰਦਾ, ਲਾਈਕ ਉਹਦੀ ਲਾਈਫ ਕਿੱਦਾਂ ਲੰਘਣੀ ਹੈ ਨਾ, ਸੋ ਉਹਨਾਂ ਵਾਸਤੇ ਤਾਂ ਅਸੀਂ ਮਨੀ ਕਿੱਟ ਇਕੱਠੀ ਕਰਕੇ ਦਿੱਤੀ। ਦੇ ਵਾਸ ਸੋ ਹੈਪੀ ਕਿ ਉਹਨਾਂ ਅਸੀਂ ਬੈਂਡ ਸਰ ਦੂਜੇ ਉਹਨੂੰ ਪਤਾ ਲੱਗਾ ਵੀ ਸਿੱਖ ਇਹ ਕਮਿਊਨਿਟੀ ਹੈ ਜਿਹੜੀ ਲੋਕਾਂ ਦੀ ਖਾਤਰ ਖੜ੍ਹਦੀ ਹੈ ਨਾ। ਇਸ ਤੋਂ ਇਲਾਵਾ ਇੱਥੇ ਜਿਹੜੇ ਬੱਚਿਆਂ ਦਾ ਨਹੀਂ ਹੋਇਆ ਸੀ, ਆਪਣੇ ਫਸਟ ਨੇਸ਼ਨ ਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਮਾਰਦਾ ਸੀਗਾ, ਉਹਨਾਂ ਦੀ ਖਾਤਰ ਅਸੀਂ ਰਾਈਡ ਕੀਤੀ ਹੈ ਨਾ। ਤੇ ਉਹ ਬੜੇ ਹੈਰਾਨ ਵੀ ਕਹਿੰਦੇ ਤੁਸੀਂ ਸਾਡੇ ਨਾਲ ਕਦੋਂ ਹੋਣਾ, ਮੈਂ ਕਿਹਾ ਸਾਡਾ ਕਿਤੇ ਵੀ ਜ਼ੁਲਮ ਦੇ ਨਾਲ ਹੋਵੇ ਟੱਕਰ, ਅਸੀਂ ਮਤਲਬ ਉੱਥੇ ਖੜਨਾ ਹੀ ਖੜਨਾ। ਸੋ ਉਹਨਾਂ ਦੀ ਖਾਤਰ ਵੀ ਰਾਈਡ ਕੀਤੀ, ਹੁਣ ਰਾਈਡ ਫॉर ਹੀਰੋਜ਼ ਕਰਨੀ ਆ। ਸੋ ਅਸੀਂ ਦੂਜੇ ਦੱਸਣਾ ਚਾਹੁੰਦੇ ਕੈਨੇਡਾ ਨੂੰ ਵੀ ਸਿੱਖ ਕਮਿਊਨਿਟੀ ਕੈਨੇਡਾ ਦੀ ਖਾਤਰ ਕੀ ਕਰਦੀ ਆ, ਕਿ ਕਿੱਦਾਂ ਹੈਲਪ ਕਰਦੀ ਆ। ਆਪਣੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਇੱਕ ਬੜਾ ਵਿਲੱਖਣ ਤਰੀਕਾ ਮੈਂ ਕਹੂੰਗਾ ਕਿ ਸ਼ਾਇਦ ਹੀ ਇਹ ਤੋਂ ਕੋਈ ਨਜ਼ਾਰਾ ਅਲੌਕਿਕ ਜਿਹੜਾ ਤਰੀਕਾ ਹੋਵੇ ਕਿ ਤੁਸੀਂ ਆਪਣੀ ਕਮਿਊਨਿਟੀ ਦੀ ਮਹਾਨਤਾ ਨੂੰ ਕਿਸ ਤਰ੍ਹਾਂ ਰਿਪਰੈਜ਼ੈਂਟ ਕਰ ਸਕਦੇ ਹੋ। ਸਿੱਖ ਮੋਟਰਸਾਈਕਲ ਕਲੱਬ ਨੇ ਇੱਕ ਈਵੈਂਟ ਨਹੀਂ, ਕਈ ਈਵੈਂਟ ਹੈਗੇ ਆ ਜਿਹਦੇ ਉੱਪਰ ਸਿੱਖ ਮੋਟਰਸਾਈਕਲ ਕਲੱਬ ਨੇ ਇਹ ਪ੍ਰੂਫ ਕੀਤਾ ਹੈਗਾ ਆ, ਆਪਣੇ ਆਪ ਨੂੰ ਇਹ ਦੱਸਿਆ ਹੈਗਾ ਕਿ ਅਸੀਂ ਕਿਸ ਭਾਈਚਾਰੇ ਤੋਂ ਹੈਗੇ ਆ, ਸਾਡਾ ਸਿੱਖੀ ਦਾ ਮਕਸਦ ਕੀ ਹੈਗਾ ਆ, ਅਸੀਂ ਕਿੱਥੇ ਕਿਹੜੀ ਦੇਣ ਜਿਹੜੀ ਉਹ ਦੇ ਸਕਦੇ ਹੈਗੇ ਆ। ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਇਹਨਾਂ ਵੱਲੋਂ ਜਿਹੜੇ ਮਾਰਚ ਆ ਜਿਹੜੇ ਆਯੋਜਨ ਕੀਤੇ ਜਾਂਦੇ ਰਹੇ ਆ। ਸੋ ਇਹਨਾਂ ਨੇ ਆ ਜਿਹੜਾ ਪੈਂਪਲੇਟ ਮੈਨੂੰ ਦਿੱਤਾ ਹੈਗਾ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ। ਸੋ ਇਹਨਾਂ ਨੇ ਹੁਣ ਤੱਕ ਜੇ ਮੈਂ ਕਹਾਂ ਕਿ
ਡਾਇਬਟੀਜ਼ ਕੈਨੇਡਾ ਵਾਸਤੇ $1,70,000 ਦੀ ਅਮਾਉਂਟ ਜਿਹੜੀ ਆ ਉਹ ਬਕਾਇਦਾ ਰੇਜ਼ ਕੀਤੀ ਹੈਗੀ ਆ। ਬੜੀ ਵੱਡੀ ਇਹ ਅਮਾਉਂਟ ਹੈਗੀ ਆਪਣੇ ਆਪ ਦੇ ਵਿੱਚ। ਇਸ ਤੋਂ ਇਲਾਵਾ ਡਿਸਟ੍ਰੀਬਿਊਟਡ ਜਿਹੜਾ ਹੈਗਾ ਨਾ ਮੀਜ਼ ਐਂਡ PPE ਵਾਸਤੇ, ਜਿਹੜਾ COVID-19 ਵਾਸਤੇ ਸੀਗਾ, ਬਕਾਇਦਾ $30,000 ਉਹਦੇ ਵਾਸਤੇ ਇਹਨਾਂ ਨੇ ਰੇਜ਼ ਕੀਤਾ। ਇਸ ਤੋਂ ਇਲਾਵਾ ਇਹਨਾਂ ਨੇ ਆਪਣੇ ਜਿਹੜੇ 35 ਲੋਕੇਸ਼ਨਾਂ ਇਹਨਾਂ ਦੀਆਂ ਹੈਗੀਆਂ, ਸੈਸ਼ਨਲ ਵਰਕਰਸ ਜਿਹੜੇ ਹੈਗੇ ਸੀਗੇ ਉਹਨਾਂ ਨੂੰ ਰਿਕਗਨਾਈਜ਼ ਕਰਾਉਣ ਵਾਸਤੇ ਵੀ ਇਹਨਾਂ ਨੇ ਰਾਈਡ ਕੀਤੀ ਹੈਗੀ ਆ। ਵੱਖ-ਵੱਖ ਹਸਪੀਟਲਾਂ ਵਿੱਚ ਗਏ ਜਦੋਂ ਕੋਵਿਡ ਦਾ ਟਾਈਮ ਸੀਗਾ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਹੋਇਆ ਵੀ ਤੁਸੀਂ ਮਤਲਬ ਕੌਮ ਦੀ ਖਾਤਰ ਬਹੁਤ ਕਰ ਰਹੇ ਹੋ, ਕਿਉਂਕਿ ਸਾਰੇ ਲੋਕੀ ਡਰੇ ਬੈਠੇ ਸੀ, ਜਿਵੇਂ ਡਾਕਟਰ ਹੋਏ, ਪੁਲਿਸ ਵਾਲੇ ਹੋਏ। ਸੋ ਜਦੋਂ ਤੁਸੀਂ ਐਪਰੀਸ਼ੀਏਟ ਕਰਦੇ ਹੋ ਵੀ ਤੁਸੀਂ ਕੌਮ ਦੀ ਖਾਤਰ ਬਹੁਤ ਕੰਮ ਕਰਦੇ ਆ, ਸੋ ਅਸੀਂ 35 ਰਾਈਡਾਂ ਉਹਨਾਂ ਦੀ ਖਾਤਰ ਕੀਤੀਆਂ ਗਏ, ਉਹਨਾਂ ਨੂੰ ਜਾ ਕੇ ਐਪਰੀਸ਼ੀਏਟ ਕੀਤਾ ਜੀ। 35 ਰਾਈਡ ਇਹਨਾਂ ਨੇ ਇਹ ਕੀਤੀਆਂ। ਤੇ ਇਹਦੇ ਇਲਾਵਾ ਵੱਡੀ ਗੱਲ ਹੈਗੀ ਕਿ ਕੈਨੇਡਾ ਵਾਈਡ ਇਹਨਾਂ ਨੇ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ $1,15,000 ਜਿਹੜਾ ਉਹ ਰੇਜ਼ ਕੀਤਾ। ਇੰਨੇ ਵੱਡੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਵਡਮੁੱਲੇ ਕੰਮ ਸਿੱਖ ਮੋਟਰਸਾਈਕਲ ਕਲੱਬ ਨੇ ਕੀਤੇ ਹੈਗੇ ਆ। ਖਾਲਸਾ ਏਡ ਵਾਸਤੇ $1 ਲੱਖ ਜਿਹੜਾ ਵਾ ਇਹਨਾਂ ਨੇ ਬਕਾਇਦਾ $1 ਲੱਖ ਜਿਹੜਾ ਹੈਗਾ ਰੇਜ਼ ਕੀਤਾ ਹੈਗਾ ਆ। $28,000 ਯੂਨਾਈਟਿਡ ਸਿੱਖਸ ਜਿਹੜੀ ਸੰਸਥਾ ਹੈਗੀ ਆ, ਅਲੱਗ-ਅਲੱਗ ਜਿਹੜੇ ਸਮਾਜ ਭਲਾਈ ਕੰਮ ਕਰ ਰਹੀ ਹੈਗੀ ਆ, ਉਹਨਾਂ ਨੂੰ ਵੀ ਰੇਜ਼ ਕਰਨ ਵਾਸਤੇ ਉਹਨਾਂ ਦੇ ਨਾਲ ਸਹਿਯੋਗ ਕੀਤਾ ਹੈਗਾ ਆ। ਸੋ ਇਸ ਤੋਂ ਇਲਾਵਾ ਅਲੱਗ-ਅਲੱਗ ਜਿਹੜੇ ਬਿੱਲ ਆਉਂਦੇ ਹੈਗੇ ਆ ਕਮਿਊਨਿਟੀ ਦੇ, ਕਈ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਸੇਵ ਕਰਨਾ ਹੈਗਾ ਆ। ਉਹ ਬਿੱਲ ਹੁਣ ਜਿਵੇਂ ਅਫਗਾਨਿਸਤਾਨ ਦੇ ਵਿੱਚ ਆ ਨਾ, ਅਸੀਂ ਯੂਨਾਈਟਿਡ ਸਿੱਖਸ ਨਾਲ ਰਲ ਕੇ ਜਿਹੜੇ ਸਾਡੇ ਵੀਰ ਯੂਨਾਈਟਿਡ ਅਫਗਾਨਿਸਤਾਨ ਦੇ ਫਸੇ ਹੋਏ ਆ, ਉਹਨਾਂ ਦੀ ਖਾਤਰ ਨੈਕਸਟ ਈਅਰ ਤੋਂ ਅਸੀਂ ਉਹਨਾਂ ਵਾਸਤੇ, ਕਿਉਂਕਿ ਮਨੀ ਪੈਸੇ ਬਿਨਾਂ ਨਹੀਂ ਕੰਮ ਚੱਲਦਾ ਹੈ ਨਾ, ਉਹਨਾਂ ਵਾਸਤੇ ਫੰਡ ਰੇਜ਼ ਕਰਕੇ ਟਰਾਈ ਕਰਨਾ ਵੀ ਉਹਨਾਂ ਨੂੰ ਵਕੀਲ ਦਾ ਹਾਇਰ ਕਰਕੇ ਵੀ ਕੈਨ ਬ੍ਰਿੰਗ ਇਟ ਹੇਅਰ। ਸੋ ਉਹਨਾਂ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜੇ ਜਿੰਨੇ ਮੈਂ ਤੁਹਾਨੂੰ ਕੰਮ ਦੱਸੇ ਹੈਗੇ ਇਹ ਜਾਰੀ ਰਹਿਣਗੇ ਅਲੱਗ-ਅਲੱਗ ਤਰੀਕੇ ਦੇ ਨਾਲ। ਸੋ ਅੱਜ ਦਾ ਜਿਹੜਾ ਲੋਕਿੰਗ ਡਰਾਮਾ ਵੱਖਰੇ ਤੌਰ 'ਤੇ ਵੀ ਤੁਹਾਨੂੰ ਦਿਖਾਊਂਗਾ। ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਸੀ, ਕਵਰ ਕੀਤੀਆਂ ਨੇ। ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਆਪਾਂ ਹਿਊਮਨ ਰਾਈਟਸ ਦੀ ਆਪਾਂ ਗੱਲ ਕਰ ਰਹੇ ਸੀ, ਸਾਨੂੰ ਦੱਸ ਰਹੇ ਸੀਗੇ ਕਿ ਜਿਹੜਾ ਫਾਰਮਰ ਜਿਹੜਾ ਬਿੱਲ ਜਿਹੜਾ ਸੀਗਾ ਉਹਦੇ ਅਗੇਂਸਟ ਜਦੋਂ ਕੰਮ ਕੀਤਾ ਨਾ, ਅਵੇਅਰਨੈਸ ਪੈਦਾ ਕਰਨ ਵਾਸਤੇ ਵੀ ਇੱਥੇ ਬਕਾਇਦਾ ਔਰਗਨਾਈਜ਼ ਕੀਤੀਆਂ ਮੋਟਰਸਾਈਕਲ ਰਾਈਡਸ ਜਿਹੜੀਆਂ ਵਾ ਉਹ ਔਰਗਨਾਈਜ਼ ਕੀਤੀਆਂ ਸੀਗੀਆਂ। ਤੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਫੂਡ ਏਡ ਵਾਸਤੇ ਵੀ ਕੰਮ ਕੀਤਾ। ਹੋਰ ਵੀ ਬਹੁਤ ਸਾਰੇ ਕੰਮ ਹੈਗੇ, ਮੈਂ TV ਸ਼ੋਅ ਦੇ ਵਿੱਚ ਸਾਂਝੇ ਕਰੂੰਗਾ। ਤੇ ਮੈਂ ਸਮਝਦਾ ਕਿ ਬੜੀ ਵਡਮੁੱਲੀ ਸੇਵਾ ਆ। ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੈਨੇਡਾ ਦੇ, ਖਾਸ ਕਰਕੇ ਇੱਥੋਂ ਦੇ ਬੌਰਨ ਹੈਗੇ ਆ ਜਾਂ ਜਿਹੜੇ ਸਟੂਡੈਂਟ ਵੀ ਆ ਰਹੇ ਹੈਗੇ ਇੰਡੀਆ ਤੋਂ? ਹਾਂਜੀ, ਮੈਂ ਕਹਿਣਾ ਵੀ ਮੈਂ ਇੱਕੋ ਹੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਕੋਈ ਵੀ, ਮੈਂ ਟੋਰਾਂਟੋ ਦੇ ਵਿੱਚ ਮੈਂ ਕਹਿਣਾ ਵੀ ਜੇ ਕਿਸੇ ਨੂੰ ਬੱਚੇ ਨੂੰ ਬਾਲ ਨਾ ਕਟਾਵੇ, ਮੈਂ ਉਹਦੇ ਘਰੇ ਆ ਕੇ ਵੀ ਉਹਨੂੰ ਦਸਤਾਰ ਸਿਖਾ ਦੂੰਗਾ, ਹੈ ਨਾ। ਕਿਉਂਕਿ ਕਈ ਵਾਰੀ ਹੁੰਦਾ ਵੀ ਜੇ ਨੌਜਵਾਨ ਮੁੰਡੇ ਆਉਂਦੇ ਆ, ਉਹਨਾਂ ਨੂੰ ਲੱਗਦਾ ਵੀ ਇੱਕਦਮ ਆ ਕੇ ਬਾਲ ਕਟਾ ਲੈਂਦੇ ਆ। ਕਿਉਂਕਿ ਮੈਂ ਜਿਹੜੇ ਬੰਦਿਆਂ ਨੂੰ ਮਿਲਿਆ ਉਹ 1965 1970 ਵਿੱਚ ਆਏ ਆ। ਉਸ ਟਾਈਮ ਜਦੋਂ ਉਹ ਇੱਥੇ ਡਾਊਨਟਾਊਨ ਵਿੱਚ ਆਉਂਦੇ ਸੀ ਦਸਤਾਰ ਬੰਨ੍ਹ ਕੇ, ਉਹਨਾਂ ਦੇ ਲੋਕੀ ਆਂਡੇ ਮਾਰਦੇ ਸੀ। ਉਹਨਾਂ ਨੇ ਬਹੁਤ ਮੁਸ਼ਕਲਾਂ ਝੱਲੀਆਂ, ਹੈ ਨਾ। ਹੁਣ ਤਾਂ ਆਪਣੇ ਪਾਰਲੀਮੈਂਟ ਵਿੱਚ ਵੀ 15 MP ਆਪਣੇ ਦਸਤਾਰ ਵਾਲੀ ਆ, ਜਗਮੀਤ ਸਿੰਘ ਹੋਣੀ ਦਸਤਾਰ। ਹੁਣ ਦਸਤਾਰ ਜੇ ਕੋਈ ਇਸ ਐਕਸਕਿਊਜ਼ ਕਰਕੇ ਕਹਿੰਦਾ ਨਾ ਵੀ ਦਸਤਾਰ ਕਰਕੇ ਵੀ ਮੈਂ ਬਾਲ ਕਟਾਉਣੇ ਆ, ਉਹ ਨਾ ਕਟਾਉਣ, ਹੈ ਨਾ। ਮੈਂ ਇੱਕ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਵੀ ਬਾਲ ਨਾ ਕਟਾਉਣ। ਹਾਂ, ਜਿਹਨੂੰ ਪੱਗ ਨਹੀਂ ਬੰਨ੍ਹਣੀ ਆਉਂਦੀ ਤਾਂ ਮੈਂ ਨੰਬਰ ਆਪਦਾ ਸ਼ੇਅਰ ਕਰਦਾ। ਮੇਰਾ ਨੰਬਰ ਹੈਗਾ 6479811000 647 981 1000 ਤੇ ਮੈਨੂੰ ਕਾਲ ਕਰ ਸਕਦੇ ਆ। ਉਹਨੂੰ ਅਸੀਂ ਆਪਦੇ ਕੋਲੋਂ ਦਸਤਾਰ ਵੀ ਨੂੰ ਫ੍ਰੀ ਦੇਵਾਂਗੇ ਤੇ ਸਿਖਾਵਾਂਗੇ ਵੀ, ਕਿਉਂਕਿ ਇਹ ਬਿਲਕੁਲ ਹੁੰਦਾ। ਕਿਉਂਕਿ ਨਾ ਮੈਂ ਇਕੱਲੀ ਦਸਤਾਰ ਨਹੀਂ ਸਿਖਾਉਂਦਾ ਸਾਡੀ ਕਲਾਸ ਵਿੱਚ, ਉੱਥੇ ਬੱਚਿਆਂ ਨੂੰ ਸਿੱਖੀ ਬਾਰੇ ਵੀ ਦੱਸੀਦਾ। ਕਿਉਂਕਿ ਜੇ ਬੰਦੇ ਨੂੰ ਪਤਾ ਹੀ ਨਹੀਂ ਮੈਂ ਵਾਏ ਵਨਾ ਬੀਅਰ ਦਸਤਾਰ, ਹੈ ਨਾ, ਬੱਚੇ ਨੂੰ ਪਤਾ ਨਹੀਂ ਮੈਂ ਪੱਗ ਕਦੋਂ ਬੰਨ੍ਹਣੀ ਆ, ਉਹਨੂੰ ਪਤਾ ਲੱਗਦਾ ਵੀ ਮੈਂ ਪੱਗ ਬੰਨ੍ਹ ਕੇ ਪ੍ਰਾਊਡ ਫੀਲ ਕਰਦਾ, ਮੇਰੇ ਸਾਡੇ ਇਸ ਬੋਡੀ ਪਾਰਟ ਨਾ ਕਿ ਸਿੱਖ ਦੀ ਆਇਡੈਂਟੀਟੀ ਆ। ਜਾਂ ਉਹਨੂੰ ਗੁਰੂਆਂ ਬਾਰੇ ਦੱਸਦੇ ਵੀ ਜਿਵੇਂ 6ਵੇਂ ਪਾਤਸ਼ਾਹ ਵੇਲੇ ਦਸਤਾਰ ਓਨਲੀ ਹਾਈ ਐਂਡ ਪੀਪਲ ਹੀ ਬੰਨ੍ਹ ਸਕਦੇ, ਜਿਹੜੇ ਲੋਅਰ ਕਲਾਸ ਪੀਪਲ ਆ ਉਹ ਤਾਂ ਅਲਾਊਡ ਹੀ ਨਹੀਂ ਸੀ ਦਸਤਾਰ ਬਣਾਉਣੀ, ਹੈ ਨਾ। 10ਵੇਂ ਪਾਤਸ਼ਾਹ ਨੇ ਤਾਂ ਹੋਰ ਆਪਣਾ ਫਰਲਾ ਲਾ ਕੇ ਹੋਰ ਉੱਚਾ ਕਰਤਾ ਸੀ ਨਾ ਪੱਗ ਦੀ ਦਸਤਾਰ ਨੂੰ। ਤੇ ਅਸੀਂ ਸਾਨੂੰ ਮਾਨਤਾ ਕਾਹਤੋਂ ਮਿਲੀ ਹੈ ਇੱਥੇ ਮੋਟਰਸਾਈਕਲ ਕਲੱਬ ਨੂੰ ਵੀ ਤੁਸੀਂ ਦਸਤਾਰ ਬੰਨ੍ਹ ਕੇ, ਕਿਉਂਕਿ ਉਹਨਾਂ ਨੂੰ ਅਸੀਂ ਪ੍ਰੂਵ ਕਰਕੇ ਦਿਖਾਇਆ ਵੀ World War I World War II ਦੇ ਵਿੱਚ ਸਿੱਖ ਦਸਤਾਰਾਂ ਬੰਨ੍ਹ ਕੇ ਤੁਹਾਡੀ ਖਾਤਰ ਲੜਿਆ। ਸੋ ਵੇਖੋ, ਇੱਕ ਬੜੀ ਵੱਡੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ ਕਿ ਸਾਡੇ ਜਿਹੜੇ ਬੱਚੇ ਹੈਗੇ ਨਾ ਇੱਥੋਂ ਦੇ, ਬਹੁਤੀ ਵਾਰੀ ਦਸਤਾਰ ਉਹਨਾਂ ਨੂੰ ਸਜਾਉਣੀ ਨਹੀਂ ਆਉਂਦੀ ਜਾਂ ਉਹਨਾਂ ਨੂੰ ਟੈਕਟ ਨਹੀਂ ਆਉਂਦੇ ਹੈਗੇ, ਉਹਨਾਂ ਨੂੰ ਦੱਸਿਆ ਨਹੀਂ ਜਾਂਦਾ। ਤੇ ਇਸ ਕਰਕੇ ਹੀ ਜਿਹੜੇ ਆਪਣੇ ਵਾਲ ਆ ਉਹ ਕਤਲ ਕਰਵਾ ਲੈਂਦੇ ਹੈਗੇ ਆ, ਆਪਣੇ ਕੇਸ ਕਤਲ ਕਰਵਾ ਲੈਂਦੇ ਕਿ ਸਾਡੇ ਕੋਲੋਂ ਸਾਨੂੰ ਕੋਈ ਦੱਸਣ ਵਾਲਾ ਹੀ ਨਹੀਂ ਹੈਗਾ ਜਾਂ ਅਸੀਂ ਪੱਗ ਕਿੱਦਾਂ ਬੰਨ੍ਹਣੀ ਹੈਗੀ ਆ। ਸੋ ਇੱਕ ਬੜੀ ਵੱਡੀ ਸੇਵਾ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਕੋਈ ਵੀ ਜਿਹੜਾ ਯੂਥ ਹੈਗਾ ਆ ਇੱਥੇ ਰਹਿ ਰਿਹਾ ਜਿਹੜਾ ਕੈਨੇਡਾ ਦੇ ਵਿੱਚ ਅੰਟਾਰੀਓ ਦੇ ਵਿੱਚ, ਜੇ ਕਿਸੇ ਨੂੰ ਕੋਈ ਇਹ ਸੋਚ ਰਿਹਾ ਹੈਗਾ ਕਿ ਮੈਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ, ਮੈਨੂੰ ਦਸਤਾਰ ਸਜਾਉਣੀ ਨਹੀਂ ਆਉਂਦੀ, ਇਹਨਾਂ ਨਾਲ ਸੰਪਰਕ ਕਰ ਸਕਦਾ। ਇਹਨਾਂ ਫੋਨ ਨੰਬਰ ਬੋਲਿਆ ਹੈਗਾ ਆ, ਉਹਦੇ ਕੋਲ ਪਹੁੰਚ ਕਰਕੇ ਵੀ ਉਹਨੂੰ ਇਹ ਸਿਖਾਉਣਗੇ। ਲੇਕਿਨ ਇਹਨਾਂ ਦੀ ਇੱਕੋ ਹੀ ਬੇਨਤੀ ਹੈਗੀ ਆ ਸਮੁੱਚੇ ਭਾਈਚਾਰੇ ਦੇ ਬੱਚਿਆਂ ਨੂੰ ਕਿ ਉਹ ਆਪਣੇ ਵਾਲ ਨਾ ਕਟਾਉਣ, ਆਪਣੇ ਕੇਸ ਕਤਲ ਨਾ ਕਰਾਉਣ। ਇਹ ਸਾਡਾ ਜਿਹੜਾ ਦਸਤਾਰ ਹੈਗੀ, ਸਾਡੀ ਪਹਿਚਾਣ ਹੈਗੀ ਆ। ਇਹ ਸਾਡਾ ਇੱਕ ਕਿਸਮ ਨਾਲ ਬਾਡੀ ਪਾਰਟ ਆ, ਸਾਡਾ ਅੰਗ ਹੈਗਾ, ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈਗਾ।
ਇਸ ਦਸਤਾਰ ਕਰਕੇ ਅਸੀਂ ਵਰਲਡ ਭਰ ਦੇ ਵਿੱਚ ਇੱਕ ਅਲੌਕਿਕ ਕੌਮ ਜਾਣੇ ਜਾਂਦੇ ਹੈਗੇ ਆ। ਤੇ ਇਸ ਦਸਤਾਰ ਨੂੰ ਇਹਨਾਂ ਰਿਪਰੈਜ਼ੈਂਟ ਕਰਨ ਵਾਸਤੇ ਜਿਹੜਾ ਇੱਥੇ ਬੜੀ ਵੱਡੀ ਸਿੱਖ ਮੋਟਰਸਾਈਕਲ ਕਲੱਬ ਨੇ ਲੜਾਈ ਲੜੀ ਹੈਗੀ ਆ। ਸੋ ਇਹਨਾਂ ਦਾ ਇੱਕ ਮੈਸੇਜ ਆ। ਅਸੀਂ ਵੀ ਇਹ ਜ਼ਰੂਰ ਕਹਾਂਗਾ, ਮੈਨੂੰ ਪਰਸਨਲੀ ਵੀ ਬਹੁਤ ਸਾਰੇ ਬੱਚੇ ਮਿਲੇ ਹੈਗੇ ਆਪਣੇ ਰਿਸ਼ਤੇਦਾਰੀਆਂ 'ਚ ਜਿਨ੍ਹਾਂ ਇਹ ਗੱਲ ਕਹੀ ਹੈਗੀ ਆ ਕਿ ਸਾਨੂੰ ਪੱਗ ਬੰਨਣੀ ਨਹੀਂ ਆਉਂਦੀ। ਹਾਂਜੀ, ਤੇ ਉਹ ਕਈ ਵਾਰੀ ਈਵਨ ਮੈਨੂੰ ਇੱਕ ਮੁੰਡਾ ਜਿਹੜਾ ਯੂਥ ਵੀ ਮਿਲਿਆ ਸੀਗਾ, ਟਰੱਕ ਚਲਾਉਂਦਾ ਹੈਗਾ ਮੁੰਡਾ, ਉਹ ਕਹਿੰਦਾ ਕਿ ਮੈਨੂੰ ਪੱਗ ਜਿਹੜਾ ਹੈਗਾ ਮੇਰੀ ਖਿਸਕ ਜਾਂਦੀ ਸੀ ਜਾਂ ਮੈਨੂੰ ਇਦਾਂ ਫਿਰ ਮੈਨੂੰ ਹੁੰਦਾ ਸੀ ਤੇ ਮੈਂ ਵਾਲ ਕਟਾਤੇ। ਹਾਂਜੀ, ਸੋ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਹੋ। ਸਿੱਖੀ ਸਰੂਪ ਵਿੱਚ ਰਹੋ, ਦਸਤਾਰ ਸਜਾਓ, ਆਪਣੇ ਆਪ ਦੇ ਮਾਣ ਕਰੋ। ਤੇ ਇਹ ਸਿੱਖ ਮੋਟਰਸਾਈਕਲ ਕਲੱਬ ਜਿਹੜੀ ਹੈਗੀ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਇਸ ਗੱਲੋਂ ਕਰਦੇ ਹੈਗੇ ਆ। ਸੋ ਤੁਹਾਡਾ ਪੰਜਾਬ ਨਗਾਰਾ ਜੁੜਨਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤੁਸੀਂ ਸੁਣਿਆ ਨਾਜਰ ਸਿੰਘ ਸਿੱਖ ਮੋਟਰਸਾਈਕਲ ਕਲੱਬ, ਉਹਨਾਂ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਇੱਕ ਬੜੀ ਵੱਡੀ ਜਿਹੜੀ ਜਦੋਜਹਿਦ ਕੀਤੀ ਗਈ ਹੈਗੀ ਆ ਕੈਨੇਡਾ ਭਰ ਦੇ ਵਿੱਚ ਮੋਟਰਸਾਈਕਲ ਰਾਈਡ ਵਾਸਤੇ, ਸਿੱਖ ਕਮਿਊਨਿਟੀ ਵਾਸਤੇ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਨੂੰ ਜਿਹੜੀ ਇਜਾਜ਼ਤ ਲਈ ਹੈਗੀ ਆ। ਇਸ ਦੇ ਵਾਸਤੇ ਸੰਸਥਾ ਨੇ ਬੜਾ ਲੰਬਾ ਸਮਾਂ ਸੰਘਰਸ਼ ਕੀਤਾ ਹੈਗਾ। ਇਸ ਤੋਂ ਇਲਾਵਾ ਵੱਖ-ਵੱਖ ਜਿਹੜੀ ਫੰਡ ਰੇਜ਼ਿੰਗ ਕੀਤੀ ਗਈ, ਤੁਸੀਂ ਸੁਣਿਆ ਹੈਗਾ, ਉਹਨਾਂ ਵੱਲੋਂ ਕੀਤੀ ਗਈ ਹੈਗੀ ਆ। ਆਉਣ ਵਾਲੇ ਈਵੈਂਟ ਵੀ ਉਹਨਾਂ ਦੇ ਜਿਹੜੇ ਅਲੱਗ-ਅਲੱਗ ਆ ਰਹੇ ਹੈਗੇ ਆ, ਉਹਨਾਂ ਵੱਲੋਂ ਇਹਦੇ ਸੰਬੰਧ ਵੀ ਜਾਣਕਾਰੀ ਤੁਹਾਨੂੰ ਜਿਹੜੀ ਦਿੱਤੀ ਗਈ ਹੈਗੀ ਆ। ਸੋ ਨੌਜਵਾਨ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਜਿਹੜੀਆਂ ਵੀ ਉਹਦੀਆਂ ਗਤੀਵਿਧੀਆਂ ਉਹਦੇ ਨਾਲ ਜੁੜ ਸਕਦੇ ਹੈਗੇ ਆ। ਸਾਰੀਆਂ ਚੰਗੀਆਂ ਗਤੀਵਿਧੀਆਂ ਨੂੰ ਕਿਸ ਤਰ੍ਹਾਂ ਕਵਰ ਕੀਤਾ ਜਾਏ, ਅਸੀਂ ਯਤਨ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬ ਨਗਾਰਾ ਦੇ ਨਾਲ। ਮੈਂ ਗੁਰਮੁਖ ਸਿੰਘ ਬਾਰੀਆ ਸਰਬੱਤ ਦੇ ਭਲੇ ਦੀ ਆਸ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।